ਪਿਆਰੀ ਸਾਧ ਸੰਗਤ ਜੀਓ, ਜਦ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਵੇਖਿਆ ਕਿ ਇਹਨਾਂ ਦੇ ਛੋਟੇ ਸਾਹਿਬਜ਼ਾਦੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨਾਲ ਵਿਰੋਧਤਾ ਕਰਦੇ ਹਨ, ਤਾਂ ਆਪ ਜੀਆਂ ਨੇ ਕਿਹਾ ਕਿ ਹੇ ਪੁਰਖਾ, ਹੁਣ ਤੁਸੀਂ ਆਪਣੇ ਘਰ ਖਡੂਰ ਚਲੇ ਜਾਓ। ਇੱਥੇ ਸਾਡੇ ਸਾਹਿਬਜ਼ਾਦੇ ਤੁਹਾਡੇ ਨਾਲ ਈਰਖਾ ਕਰਨਗੇ। ਆਗਿਆ ਮੰਨ ਕੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਖਡੂਰ ਆ ਗਏ। ਆਪ ਜੀ ਦਾ ਲਿਵ ਸਦਾ ਹੀ ਗੁਰੂ ਚਰਨਾਂ ਵਿੱਚ ਲੱਗੀ ਰਹਿੰਦੀ ਸੀ ਅਤੇ ਵਿਛੋੜੇ ਕਰਕੇ ਉਦਾਸ ਹੀ ਰਹਿੰਦੇ ਸਨ। ਇਸ ਕਰਕੇ ਆਪ ਜੀ ਆਪਣੀ ਭੂਆ ਭਰਾਈ ਦੇ ਕੋਠੇ ਵਿੱਚ ਇਕਾਂਤਵਾਸ ਕਰਕੇ ਬੈਠੇ ਰਹਿੰਦੇ। ਜਦ ਗੁਰੂ ਨਾਨਕ ਸਾਹਿਬ ਜੀ ਜੋਤੀ ਜੋਤ ਸਮਾ ਗਏ ਤਾਂ ਸਭ ਸੰਗਤ ਭਾਈ ਬੁੱਢਾ ਜੀ ਨੂੰ ਨਾਲ ਲੈ ਕੇ ਖਡੂਰ ਸਾਹਿਬ ਆਈ। ਬਾਬਾ ਬੁੱਢਾ ਜੀ ਨੇ ਆਪ ਜੀ ਨੂੰ ਮੱਥਾ ਟੇਕ ਕੇ ਬੜੇ ਦੁੱਖ ਨਾਲ ਕਿਹਾ ਕਿ ਗੁਰੂ ਬਾਬਾ ਜੀ ਜੋਤੀ ਜੋਤ ਸਮਾ ਗਏ ਹਨ। ਆਪ ਬਾਹਰ ਬੈਠ ਕੇ ਸੰਗਤਾਂ ਨੂੰ ਦਰਸ਼ਨ ਉਪਦੇਸ਼ ਦਿਓ। ਸੰਗਤਾਂ ਗੁਰੂ ਦਰਸ਼ਨ ਤੋਂ ਬਿਨਾਂ ਬਹਿਬਲ ਹੋ ਰਹੀਆਂ ਹਨ। ਬੁੱਢਾ ਜੀ ਪਾਸੋਂ ਗੁਰੂ ਜੀ ਦੇ ਸੱਚਖੰਡ ਪਿਆਨੇ ਦੀ ਖਬਰ ਸੁਣ ਕੇ ਆਪ ਜੀ ਨੇ ਨੇਤਰਾਂ ਵਿੱਚ ਜਲ ਭਰ ਲਿਆ। ਗੁਰੂ ਜੀ ਪਹਿਰ ਰਾਤ ਰਹਿੰਦੇ ਉੱਠ ਕੇ ਸ਼ੌਚ ਕਰਕੇ ਹੱਥ ਪੈਰ ਪਾਣੀ ਨਾਲ ਧੋ ਕੇ ਫਿਰ ਦਾਤਨ ਕਰਦੇ ਸਨ। ਉਪਰੰਤ ਠੰਡੇ ਸਾਫ਼ ਜਲ ਨਾਲ ਇਸ਼ਨਾਨ ਕਰਕੇ ਨਿਰਵਿਲਾਪ ਸਮਾਧੀ ਵਿੱਚ ਲੀਨ ਹੋ ਜਾਂਦੇ ਸਨ। ਸੂਰਜ ਚੜ੍ਹੇ ਸੰਗਤ ਵਿੱਚ ਬੈਠ ਕੇ ਰਬਾਬੀਆਂ ਪਾਸੋਂ ਕੀਰਤਨ ਸੁਣਦੇ ਸਨ। ਇਸ ਪਾਸਿਓਂ ਜਦ ਗੁਰੂ ਜੀ ਆਪਣੀ ਸਮਾਧੀ ਤੋਂ ਉੱਠ ਕੇ ਬਾਹਰ ਆਉਂਦੇ ਸਨ ਤਾਂ ਜਿਸ ਰੋਗੀ ਸੋਗੀ ਉੱਤੇ ਆਪ ਜੀ ਦੀ ਨਿਗਾਹ ਪੈ ਜਾਂਦੀ ਸੀ, ਉਸ ਦਾ ਹੀ ਦੁੱਖ ਦੂਰ ਹੋ ਜਾਂਦਾ ਸੀ। ਉਪਰੰਤ ਸੰਗਤ ਨੂੰ ਉਪਦੇਸ਼ ਦਿੰਦੇ ਸਨ ਅਤੇ ਗੁਰੂ ਬਾਬਾ ਜੀ ਦੇ ਪਵਿੱਤਰ ਚਿੱਤਰਾਂ ਨੂੰ ਭਾਈ ਬਾਲੇ ਪਾਸੋਂ ਸੁਣ ਕੇ ਲਿਖਵਾਉਂਦੇ ਸਨ। ਆਪ ਜੀ ਨੂੰ ਜੋ ਕੁਝ ਸੰਗਤ ਵੱਲੋਂ ਮਾਇਆ ਆਦਿ ਭੇਟਾਂ ਹੁੰਦੀ ਸੀ, ਉਹ ਸਭ ਗਰੀਬਾਂ ਅਨਾਥਾਂ ਵਿੱਚ ਵੰਡ ਦਿੰਦੇ ਸਨ ਅਤੇ ਬਾਕੀ ਜੋ ਕੁਝ ਹੋਵੇ ਉਹ ਲੰਗਰ ਵਿੱਚ ਦੇ ਦਿੰਦੇ ਸਨ। ਲੰਗਰ ਛਕਣ ਸਮੇਂ ਸੰਗਤ ਨਾਲ ਪੰਗਤ ਵਿੱਚ ਬੈਠ ਕੇ ਛਕਦੇ ਸਨ। ਆਪ ਜੀ ਦੇ ਲੰਗਰ ਵਿੱਚ ਸਦਾ ਹੀ ਘਿਓ ਵਾਲੀ ਖੀਰ ਬਣਦੀ ਸੀ। ਜੈਸਾ ਕਿ ਸੱਤੇ ਬਲਵੰਡ ਨੇ ਲਿਖਿਆ ਸੀ, ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਘਿਆਲੀ। ਦੌਲਤ ਜੋ ਭੇਟਾ ਹੁੰਦੀ ਸੀ ਅਤੇ ਲੰਗਰ ਗੁਰੂ ਕਾ ਜੋ ਤਿਆਰ ਹੁੰਦਾ ਸੀ, ਉਹ ਲੋੜਵੰਦਾਂ ਨੂੰ ਹੀ ਵੰਡ ਦਿੰਦੇ ਸਨ ਅਤੇ ਆਪਣੇ ਪਾਸ ਬਹੁਤ ਥੋੜ੍ਹਾ ਹੀ ਨਿਰਵਾਹ ਮਾਤਰ ਰੱਖਦੇ ਸਨ। ਆਪ ਜੀ ਆਪਣੇ ਪਾਸ ਨਾ ਮਾਇਆ ਰੱਖਦੇ ਸਨ ਅਤੇ ਨਾ ਕਿਸੇ ਦੁੱਖ ਸੁੱਖ ਦੀ ਗੱਲ ਹੋਣ ਦਿੰਦੇ ਸਨ। ਵੈਰੀ ਮਿੱਤਰ ਨੂੰ ਇੱਕਸਾਰ ਜਾਣਦੇ ਸਨ। ਪ੍ਰਸ਼ਾਦਾ ਛਕ ਕੇ ਆਪ ਜੀ ਕੁਝ ਸਮਾਂ ਵਿਸ਼ਰਾਮ ਕਰਕੇ ਤੀਸਰੇ ਪਹਿਰ ਪਿੰਡ ਦੇ ਛੋਟੇ ਬਾਲਕਾਂ ਨੂੰ ਇਕੱਠੇ ਕਰਕੇ ਉਹਨਾਂ ਦੀਆਂ ਬੜੀਆਂ ਪ੍ਰਸੰਨਤਾ ਨਾਲ ਖੇਡਾਂ ਅਤੇ ਕੁਸ਼ਤੀਆਂ ਵੇਖਦੇ ਸਨ। ਇਹ ਸਥਾਨ ਖਡੂਰ ਸਾਹਿਬ ਵਿੱਚ ਮੱਲ ਅਖਾੜਾ ਦੇ ਨਾਮ ਨਾਲ ਪ੍ਰਸਿੱਧ ਹੈ। ਪਿਛਲੇ ਪਹਿਰ ਆਪ ਜੀ ਦਾ ਦੀਵਾਨ ਸਜਦਾ ਸੀ, ਜਿਸ ਵਿੱਚ ਰਬਾਬੀ ਕੀਰਤਨ ਕਰਦੇ ਸਨ। ਸੰਧਿਆ ਸਮੇਂ ਆਪਣਾ ਸੰਧਿਆਂ ਦਾ ਨਿਤਨੇਮ ਕਰਕੇ ਪ੍ਰਸ਼ਾਦ ਛਕ ਕੇ ਰਾਤ ਸਮੇਂ ਬਿਰਾਜ ਸਾਂਦੇ ਸਨ। ਸ੍ਰੀ ਗੁਰੂ ਅਮਰਦਾਸ ਜੀ ਭੱਲੇ ਖੱਤਰੀ ਬਾਂਸਰਕੇ ਪਿੰਡ ਵਿੱਚ ਕਰਿਆਨੇ ਦੀ ਦੁਕਾਨ ਕਰਦੇ ਸਨ। ਇੱਕ ਦਿਨ ਆਪ ਜੀ ਨੂੰ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੀ ਸਪੁੱਤਰੀ ਬੀਬੀ ਅਮਰੋ, ਜੋ ਬਾਂਸਰਕੇ ਵਿਆਹੀ ਹੋਈ ਸੀ, ਪਾਸੋਂ ਕੁਝ ਗੁਰਬਾਣੀ ਦੀਆਂ ਤੁਕਾਂ ਸੁਣ ਕੇ ਗੁਰੂ ਦਰਸ਼ਨ ਦੀ ਇੱਛਾ ਹੋ ਗਈ। ਆਪ ਜੀ ਬੀਬੀ ਜੀ ਨੂੰ ਨਾਲ ਲੈ ਕੇ ਖਡੂਰ ਸਾਹਿਬ ਆ ਗਏ ਅਤੇ ਗੁਰੂ ਜੀ ਦੇ ਦਰਸ਼ਨ ਕਰਕੇ ਉੱਥੇ ਹੀ ਉਹਨਾਂ ਦੀ ਸੇਵਾ ਵਿੱਚ ਲੱਗ ਪਏ। ਆਪ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨੂੰ, ਜੋ ਕਈ ਬੋਲੀਆਂ ਦੇ ਅੱਖਰਾਂ ਵਿੱਚ ਲਿਖੀ ਹੋਈ ਸੀ, ਭਾਈ ਬਾਲੇ ਪਾਸੋਂ ਸੁਣ ਕੇ ਸੁਲਤਾਨਪੁਰ ਵਸਨੀਕ ਭਾਈ ਪੇੜੇ ਮੋਖੇ ਖੱਤਰੀ ਪਾਸੋਂ ਗੁਰਮੁਖੀ ਅੱਖਰਾਂ ਵਿੱਚ ਲਿਖਵਾਈ। ਇਸ ਗੱਲ ਤੋਂ ਇਹ ਪ੍ਰਸਿੱਧ ਹੈ ਕਿ ਗੁਰਮੁਖੀ ਅੱਖਰ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਹੀ ਪ੍ਰਚਲਿਤ ਕੀਤੇ ਸਨ।